ਹੈਲੋ ਐਵਰੀਵਨ, ਇੰਗਲਿਸ਼ ਲਰਨਿੰਗ ਕੋਰਸ ਦੇ ਡੇ 24 ਵਿੱਚ ਤੁਹਾਡਾ ਸਵਾਗਤ ਹੈ। ਅੱਜ ਅਸੀਂ ਪ੍ਰੈਜ਼ੈਂਟ ਕੰਟੀਨਿਊਸ ਟੈਂਸ ਦੇ ਪੈਸਿਵ ਵੇਖਾਂਗੇ। ਸ਼ੁਰੂ ਕਰਦੇ ਹਾਂ। ਅਸੀਂ ਦੀਵਾਲੀ ਮਨਾ ਰਹੇ ਹਾਂ ਜਾਂ ਦੀਵਾਲੀ ਸਾਡੇ ਦੁਆਰਾ ਮਨਾਈ ਜਾ ਰਹੀ ਹੈ। ਇਹਨਾਂ ਦੋਵਾਂ ਸੈਂਟੈਂਸਿਸ ਵਿੱਚ ਰਹੇ ਹਾਂ ਰਹੀ ਹੈ ਆਇਆ ਹੈ, ਇਸ ਲਈ ਇਹ ਦੋਵੇਂ ਪ੍ਰੈਜ਼ੈਂਟ ਕੰਟੀਨਿਊਸ ਟੈਂਸ ਹਨ। ਐਕਟਿਵ ਵੌਇਸ ਵਿੱਚ ਅਸੀਂ ਦੀਵਾਲੀ ਮਨਾ ਰਹੇ ਹਾਂ, ਵੀ ਆਰ ਸੈਲੀਬ੍ਰੇਟਿੰਗ ਦੀਵਾਲੀ। ਪੈਸਿਵ ਵਿੱਚ ਦੀਵਾਲੀ ਇਜ਼ ਬੀਇੰਗ ਸੈਲੀਬ੍ਰੇਟਡ ਬਾਏ ਅਸ। ਸੋ ਅਸੀਂ ਵੇਖਦੇ ਹਾਂ ਕਿ ਅਸੀਂ ਕਿਸ ਤਰ੍ਹਾਂ ਇਸ ਨੂੰ ਕਨਵਰਟ ਕਰਦੇ ਹਾਂ। ਸਭ ਤੋਂ ਪਹਿਲਾਂ ਆਬਜੈਕਟ ਨੂੰ ਅਸੀਂ ਸਬਜੈਕਟ ਵਿੱਚ, ਜਿਵੇਂ ਆਈ ਐਮ ਟੇਕਿੰਗ ਟੀ, ਸੋ ਟੀ ਨੂੰ ਅਸੀਂ ਆਬਜੈਕਟ ਨੂੰ ਸਬਜੈਕਟ ਪੈਸਿਵ ਵੌਇਸ ਵਿੱਚ ਬਣਾ ਲਿਆ ਹੈ ਅਤੇ ਆਏ ਨੂੰ ਸਬਜੈਕਟ ਨੂੰ ਬਾਏ ਮੀ ਆਬਜੈਕਟ ਬਣਾ ਲਿਆ ਹੈ। ਸੋ ਇਸ ਵਿੱਚ ਟੇਕ ਤੋਂ ਟੇਕਨ ਬਣ ਗਿਆ ਥਰਡ ਫਾਰਮ, ਟੇਕ ਟੁਕ ਟੇਕਨ। ਸੋ ਬਾਏ ਲਗਾਉਣ ਦੇ ਰੂਲਸ ਉਹ ਸੇਮ ਹੀ ਰਹਿਣਗੇ ਜਿਸ ਤਰ੍ਹਾਂ ਅਸੀਂ ਪ੍ਰੈਜ਼ੈਂਟ ਇੰਡੈਫੀਨਿਟ ਟੈਂਸ ਵਿੱਚ ਵੇਖੇ ਸਨ। ਆਏ ਤੋਂ ਮੀ, ਵੀ ਤੋਂ ਅਸ, ਯੂ, ਦੇ, ਦੈਮ, ਹੀ, ਹਿਮ, ਸ਼ੀ, ਹਰ, ਇਟ। ਸੋ ਇਸ ਟੇਬਲ ਨੂੰ ਚੰਗੀ ਤਰ੍ਹਾਂ ਯਾਦ ਕਰ ਲੈਣਾ। ਹੁਣ ਅਸੀਂ ਰੂਲਸ ਵੇਖਦੇ ਹਾਂ ਕਿ ਪੈਸਿਵ ਲਈ ਕਿਹੜੇ ਰੂਲਸ ਦੀ ਵਰਤੋਂ ਕੀਤੀ ਜਾਂਦੀ ਹੈ। ਸੋ ਐਕਟਿਵ ਵਿੱਚ ਪ੍ਰੈਜ਼ੈਂਟ ਕੰਟੀਨਿਊਸ ਵਿੱਚ ਇਜ਼ ਐਮ ਆਰ ਪਲੱਸ ਵਰਬ ਦੀ ਫਸਟ ਫਾਰਮ ਨਾਲ ਆਈ ਐਨ ਜੀ ਲੱਗਦਾ ਸੀ ਪਲੱਸ ਆਬਜੈਕਟ। ਹੁਣ ਅਸੀਂ ਵਰਬ ਦੀ ਫਸਟ ਫਾਰਮ ਨਾਲ ਆਈ ਐਨ ਜੀ ਨਹੀਂ ਲਗਾਵਾਂਗੇ ਕਿਉਂਕਿ ਇਸ ਵਿੱਚ ਅਸੀਂ ਵਰਬ 3 ਯੂਜ਼ ਕਰਦੇ ਹਾਂ, ਥਰਡ ਫਾਰਮ ਆਫ ਵਰਬ ਯੂਜ਼ ਕਰਦੇ ਹਾਂ। ਸੋ ਪੈਸਿਵ ਵੌਇਸ ਵਿੱਚ ਸਭ ਤੋਂ ਪਹਿਲਾਂ ਸਬਜੈਕਟ ਪਲੱਸ ਇਜ਼ ਐਮ ਆਰ ਪਲੱਸ ਬੀਇੰਗ ਹਰ ਇੱਕ ਫਿਕਰੇ ਵਿੱਚ ਆਏਗਾ ਹੀ ਆਏਗਾ, ਪਲੱਸ ਵਰਬ ਦੀ ਥਰਡ ਫਾਰਮ ਪਲੱਸ ਆਬਜੈਕਟ। ਜੇਕਰ ਨੈਗੇਟਿਵ ਸੈਂਟੈਂਸਿਸ ਬਣਨਗੇ ਪੈਸਿਵ ਵਿੱਚ ਤਾਂ ਅਸੀਂ ਇਜ਼ ਐਮ ਆਰ ਦੇ ਨਾਲ ਨੋਟ ਯੂਜ਼ ਕਰਾਂਗੇ, ਬੀਇੰਗ ਆਏਗਾ ਹੀ ਆਏਗਾ ਪਲੱਸ ਵਰਬ ਦੀ ਥਰਡ ਫਾਰਮ ਪਲੱਸ ਆਬਜੈਕਟ। ਇਸੇ ਤਰ੍ਹਾਂ ਇੰਟੈਰੋਗੇਟਿਵ ਸੈਂਟੈਂਸਿਸ ਵਿੱਚ ਜੇਕਰ ਕੁਐਸਚਨ ਵਰਡ ਹੈ ਤਾਂ ਅਸੀਂ ਉਸ ਨੂੰ ਸਭ ਤੋਂ ਪਹਿਲਾਂ ਲਿਖ ਲੈਂਦੇ ਹਾਂ। ਉਸ ਤੋਂ ਬਾਅਦ ਹੈਲਪਿੰਗ ਵਰਬ ਇਜ਼ ਐਮ ਆਰ ਪਲੱਸ ਸਬਜੈਕਟ ਪਲੱਸ ਬੀਇੰਗ ਪਲੱਸ ਵਰਬ ਦੀ ਥਰਡ ਫਾਰਮ ਪਲੱਸ ਆਬਜੈਕਟ। ਸੋ ਇਹ ਸੀ ਸਟਰਕਚਰ। ਅੱਗੇ ਅਸੀਂ ਐਗਜ਼ਾਮਪਲਸ ਵੇਖਦੇ ਹਾਂ। ਫਸਟ ਆਫ ਆਲ ਅਫਰਮੇਟਿਵ ਸੈਂਟੈਂਸਿਸ, ਯੂ ਆਰ ਟੈਲਿੰਗ ਅ ਲਾਏ। ਸੋ ਅ ਲਾਏ ਆਬਜੈਕਟ ਨੂੰ ਅਸੀਂ ਸਬਜੈਕਟ ਬਣਾ ਲਿਆ, ਸਭ ਤੋਂ ਪਹਿਲਾਂ ਲਿਖ ਲਿਆ ਅ ਲਾਏ। ਉਸ ਤੋਂ ਬਾਅਦ ਕਿਉਂਕਿ ਇੱਕ ਸਿੰਗੂਲਰ ਹੈ ਅ ਲਾਏ, ਇਸ ਲਈ ਇਜ਼ ਦੀ ਵਰਤੋਂ ਕਰਦੇ ਹਾਂ। ਅ ਲਾਏ ਇਜ਼ ਬੀਇੰਗ ਟੋਲਡ, ਕਿਉਂਕਿ ਇਸ ਵਿੱਚ ਬੀਇੰਗ ਯੂਜ਼ ਹੁੰਦਾ ਹੈ ਪਲੱਸ ਥਰਡ ਫਾਰਮ। ਅ ਲਾਏ ਇਜ਼ ਬੀਇੰਗ ਟੋਲਡ ਬਾਏ ਯੂ। ਰਾਜਨ ਇਜ਼ ਵਾਚਿੰਗ TV। ਸੋ TV ਨੂੰ ਆਬਜੈਕਟ ਸਭ ਤੋਂ ਪਹਿਲਾਂ ਲਿਆਂਦਾ, ਉਸ ਨੂੰ ਸਬਜੈਕਟ ਬਣਾ ਲਿਆ। ਇਜ਼ ਬੀਇੰਗ ਵਾਚਡ ਬਾਏ ਰਾਜਨ, ਨੇਮ ਉਸੇ ਤਰ੍ਹਾਂ ਹੀ ਰਹਿ ਜਾਂਦਾ ਹੈ। ਨੈਕਸਟ, ਸ਼ੀ ਇਜ਼ ਈਟਿੰਗ ਐਪਲਸ। ਸੋ ਐਪਲ ਬਿਕੋਜ਼ ਇਟਸ ਪਲੂਰਲ, ਇਹਦੇ ਨਾਲ ਆਰ ਦੀ ਵਰਤੋਂ ਕਰਦੇ ਹਾਂ। ਐਪਲਸ ਆਰ ਬੀਇੰਗ ਈਟਨ ਬਾਏ ਹਰ, ਸ਼ੀ ਤੋਂ ਹਰ। ਸੋ ਈਟ ਤੋਂ ਥਰਡ ਫਾਰਮ ਅਸੀਂ ਈਟਨ ਯੂਜ਼ ਕੀਤੀ ਹੈ ਅਤੇ ਬੀਇੰਗ ਇਸ ਵਿੱਚ ਵੀ ਆਇਆ ਹੈ। ਹੀ ਇਜ਼ ਸਿੰਗਿੰਗ ਅ ਸੌਂਗ ਇਜ਼ ਬੀਇੰਗ ਸੰਗ ਬਾਏ ਹਿਮ, ਹੀ ਤੋਂ ਬਾਏ ਹਿਮ ਬਣ ਗਿਆ। ਦੇ ਆਰ ਨਾਟ ਕਿਲਿੰਗ ਬਰਡਸ। ਸੋ ਬਰਡਸ ਇਹਦੇ ਨਾਲ ਇਜ਼ ਐਮ ਆਰ 'ਚੋਂ ਅਸੀਂ ਆਰ ਯੂਜ਼ ਕੀਤਾ। ਬਰਡਸ ਆਰ ਨਾਟ ਬਿਕੋਜ਼ ਇਟਸ ਨੈਗੇਟਿਵ ਸੈਂਟੈਂਸ। ਬਰਡਸ ਆਰ ਨਾਟ ਬੀਇੰਗ ਕਿਲਡ। ਸੋ ਕਿਲ ਤੋਂ ਥਰਡ ਫਾਰਮ ਕਿਲਡ, ਬੀਇੰਗ ਕਿਉਂਕਿ ਆਉਣਾ ਹੀ ਆਉਣਾ ਹੈ ਫਿਕਰੇ ਵਿੱਚ, ਬਾਏ ਦੈਮ। ਸੋ ਦੇ ਤੋਂ ਬਾਏ ਦੈਮ। ਹੀ ਇਜ਼ ਨਾਟ ਹੈਲਪਿੰਗ ਮੀ। ਸੋ ਇੱਥੇ ਆਬਜੈਕਟ ਮੀ ਹੈ, ਸੋ ਮੀ ਨੂੰ ਅਸੀਂ ਜਦੋਂ ਸਬਜੈਕਟ ਬਣਾਉਣਾ ਹੈ ਤਾਂ ਆਏ ਬਣ ਗਿਆ। ਸੋ ਆਏ ਇਜ਼ ਐਮ ਆਰ ਵਿੱਚੋਂ ਆਏ ਦੇ ਨਾਲ ਐਮ ਲੱਗਦਾ ਹੈ, ਇਸ ਲਈ ਆਈ ਐਮ ਨਾਟ ਬੀਇੰਗ ਹੈਲਪਡ ਬਾਏ ਦੈਮ, ਹੀ ਤੋਂ ਬਾਏ ਹਿਮ ਸੌਰੀ। ਸ਼ੀ ਇਜ਼ ਨਾਟ ਰੀਡਿੰਗ ਦ ਨਿਊਜ਼ਪੇਪਰ। ਦ ਨਿਊਜ਼ਪੇਪਰ ਇਜ਼ ਨਾਟ ਬੀਇੰਗ ਰੈਡ ਬਾਏ ਹਰ, ਕਿਉਂਕਿ ਰੀਡ ਰੈਡ ਸਪੈਲਿੰਗ ਸੇਮ ਹੁੰਦੇ ਹਨ, ਪ੍ਰੋਨਾਂਸੀਏਸ਼ਨ ਵਿੱਚ ਅਸੀਂ ਉਸ ਨੂੰ ਰੈਡ ਬੋਲਦੇ ਹਾਂ।
ਸੋ ਅੱਗੇ ਵੇਖਦੇ ਹਾਂ। The teacher is not advising the boy. The boy is not being advised by the teacher. ਇੰਟੈਰੋਗੇਟਿਵ ਸੈਂਟੈਂਸਿਸ ਵਿੱਚ is am are ਨੂੰ ਅਸੀਂ ਪਹਿਲਾਂ ਲਿਖਦੇ ਸੀ ਇਨ ਪ੍ਰੈਜ਼ੈਂਟ ਕੰਟੀਨਿਊਸ ਟੈਂਸ। ਹੁਣ ਵੀ ਵੌਇਸ ਕਰਦੇ ਸਮੇਂ ਵੀ ਅਸੀਂ ਇਸ ਨੂੰ ਪਹਿਲਾਂ ਲਿਖਾਂਗੇ। ਆਰ ਯੂ ਈਟਿੰਗ ਫਰੂਟਸ? तो आर फ्रूट्स दे, क्योंकि फ्रूट्स प्लूरल है इसलिए आर ਨੂੰ ਅਸੀਂ सब तो पहले लिख लिया। आर फ्रूट्स बीइंग ईटन बाय यू, यू तो बाय यू। इज शी ड्राइंग पिक्चर्स? सो पिक्चर्स इसलिए ਅਸੀਂ आर हेल्पिंग वर्ब ਨੂੰ सब तो पहले लिख लिया। आर पिक्चर्स बीइंग आएगा, उस तो बाद ड्रॉ दी थर्ड फॉर्म बीइंग ड्रॉन, शी तो हर बाय हर। आर पिक्चर्स बीइंग ड्रॉन बाय हर। आर वी इंसल्टिंग यू? सो यू इत्थे ऑब्जेक्ट है, असी उसनू सबजैक्ट बना लिया। आर यू बीइंग इंसल्टेड बाय अस? वी तो अस। इज शी बाइंग न्यू बुक्स? सो न्यू बुक्स क्योंकि प्लूरल है इसलिए आर फ्रंट ते लिखांगे। सो आर न्यू बुक्स बीइंग बॉट बाय हर, बाय बॉट, बॉट थर्ड फॉर्म बॉट। सो ਹੁਣ ਅਸੀਂ ਕੁਐਸਚਨ ਵਰਡ ਵੇਖਦੇ ਹਾਂ ਕਿ ਜਿਨ੍ਹਾਂ ਸੈਂਟੈਂਸਿਸ ਵਿੱਚ ਕੁਐਸਚਨ ਵਰਡ ਹੁੰਦੇ ਹਨ। ਸੋ ਕਿਉਂਕਿ ਐਕਟਿਵ ਵੌਇਸ ਵਿੱਚ ਕੁਐਸਚਨ ਵਰਡ ਹੈ, ਇਸ ਲਈ ਪੈਸਿਵ ਵੌਇਸ ਵਿੱਚ ਵੀ ਕੁਐਸਚਨ ਵਰਡ ਸਭ ਤੋਂ ਪਹਿਲਾਂ ਲਿਖਿਆ ਜਾਏਗਾ। ਸੋ ਵਾਈ ਇਜ਼ ਸ਼ੀ ਬੀਟਿੰਗ ਦ ਚਾਈਲਡ? ਵਾਈ ਇਜ਼ ਦ ਚਾਈਲਡ ਬੀਇੰਗ ਬੀਟਨ ਬਾय ਹਰ? ਹਾਊ ਇਜ਼ ਸ਼ੀ ਅਰਨਿੰਗ ਮਨੀ? ਸੋ ਹਾਊ ਕੁਐਸਚਨ ਵਰਡ उसमें ਪਹਿਲਾਂ ਲਿਖ ਲਿਆ। ਹਾਊ इज़ मनी being earned by her? she तो by her। when question word है, when ਨੂੰ ਸਭ ਤੋਂ ਪਹਿਲਾਂ ਲਿਖਿਆ ਜਾਏਗਾ। when are you crossing the bridge? ਤੁਸੀਂ ਬ੍ਰਿਜ ਕਦੋਂ ਪਾਰ ਕਰ ਰਹੇ ਹੋ? ਸੋ ਅਸੀਂ ਇੱਧਰ ਵੀ when ਨੂੰ ਸਭ ਤੋਂ ਪਹਿਲਾਂ ਲਿਖਦੇ ਹਾਂ। when is the bridge being crossed by you? why are you joining the army? Why is the army being joined by you? Who is ironing the clothes? ਅਸੀਂ ਪਿੱਛੇ ਵੇਖਿਆ ਸੀ ਕਿ who ਤੋਂ by whom ਬਣ ਜਾਂਦਾ ਹੈ, ਇਸ ਲਈ who ਤੋਂ by whom ਸਭ ਤੋਂ ਪਹਿਲਾਂ ਲਿਖ ਲਿਆ। by whom ਕਿਉਂਕਿ clause ਨੂੰ ਅਸੀਂ ਸਬਜੈਕਟ ਬਣਾਉਣਾ ਹੈ, r ਲੱਗੇਗਾ। by whom are the clothes being ironed? ਸੋ ਇੱਥੇ by ਫੇਜ਼ ਲਾਸਟ ਤੇ ਨਹੀਂ ਹੈ ਕਿਉਂਕਿ who ਤੋਂ by whom ਪਹਿਲਾਂ ਹੀ ਬਣ ਗਿਆ ਹੈ। who is disturbing us? ਸੋ us ਤੋਂ ਅਸੀਂ we ਬਣਾਉਣਾ ਹੈ। by whom are we being disturbed? by whom are we being disturbed? ਹੁਣ ਪ੍ਰੈਕਟਿਸ ਲਈ ਕੁਝ ਸੈਂਟੈਂਸਸ ਤੁਹਾਨੂੰ ਦਿੱਤੇ ਗਏ ਹਨ, ਤੁਸੀਂ ਇਹ ਆਪ ਬਣਾਓ ਅਤੇ ਕਮੈਂਟ ਸੈਕਸ਼ਨ ਵਿੱਚ ਭੇਜ ਦਿਓ। ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੈ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ। ਥੈਂਕ ਯੂ।